ਕਿਤੇ ਆਪਣੀ ਮਾਨਸਿਕਤਾ ਦੇ ਵਿੱਚ ਅਸੀਂ ਉਹ ਸਮਾਂ ਲੈ ਕੇ ਆਈਏ। ਮਾਤਾ ਗੁਜਰੀ ਜੀ ਦਾ ਆਨੰਦ ਕਾਰਜ। ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਖੜੇ ਨੇ ਤੇ 14 ਸਾਲ ਦੀ ਉਮਰ ਗੁਰੂ ਤੇਗ ਬਹਾਦਰ ਸਾਹਿਬ, ਦੂਸਰੇ ਪਾਸੇ ਲਾਲ ਚੰਦ ਜੀ ਖੜੇ ਨੇ ਤੇ ਉਹਨਾਂ ਦੀ ਬੇਟੀ ਮਾਤਾ ਗੁਜਰੀ ਜੀ ਕਹਿੰਦੇ ਆ। ਇਤਿਹਾਸ 'ਚ ਨਾਮ ਗੁਜਰ ਕੌਰ ਵੀ ਮਿਲਦਾ ਹੈ, ਕਿਉਂਕਿ ਕੌਰ ਸ਼ਬਦ ਦੀ ਵਰਤੋਂ ਪਹਿਲਾਂ ਵੀ ਹੁੰਦੀ ਸੀ। ਮਾਤਾ ਗੁਜਰੀ ਜੀ ਦੇ ਮਾਤਾ ਦਾ ਨਾਮ ਵੀ ਬਿਸ਼ਨ ਕੌਰ ਸੀ। ਗੁਰੂ ਸਾਹਿਬ ਨੇ ਜ਼ਰੂਰੀ ਕਰ ਦਿੱਤਾ ਹੈ, ਕਿਉਂਕਿ ਸਾਰੇ ਕੌਰ ਸ਼ਬਦ ਦੀ ਵਰਤੋਂ ਨਹੀਂ ਸੀ ਕਰ ਸਕਦੇ। ਗੁਰੂ ਸਾਹਿਬ ਨੇ ਜ਼ਰੂਰੀ ਕਰ ਦਿੱਤਾ। ਰਾਇਲ ਫੈਮਿਲੀ ਦੇ ਵਿੱਚ ਜਿਹੜੀਆਂ ਬੱਚੀਆਂ ਹੁੰਦੀਆਂ ਸੀ, ਰਾਜਪੁਤਾਨੇ ਦੇ ਵਿੱਚ ਖਾਸ ਕਰਕੇ, ਕਮਰ ਸ਼ਬਦ ਇੱਥੇ ਰਾਜਪੁਤਾਨੇ 'ਚ ਤੁਹਾਨੂੰ ਮਿਲਦਾ ਹੈ, ਇਸ ਸ਼ਬਦ ਦੀ ਵਰਤੋਂ ਰਾਜਕੁਮਾਰੀਆਂ ਕਰ ਸਕਦੀਆਂ ਸੀ। ਗੁਰੂ ਸਾਹਿਬ ਨੇ ਕਿਹਾ ਨਹੀਂ, ਗੁਰੂ ਦੀਆਂ ਸਾਰੀਆਂ ਬੱਚੀਆਂ ਨੇ, ਰਾਜਕੁਮਾਰੀਆਂ ਨੇ, ਸਾਰਿਆਂ ਦੇ ਵਾਸਤੇ ਕੌਰ ਸ਼ਬਦ ਜ਼ਰੂਰੀ ਕਰ ਦਿੱਤਾ। ਉਸ ਵੇਲੇ ਲਾਲ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਗੱਲ ਕਹੀ ਹੈ, ਹੱਥ ਜੋੜ ਕੇ ਪਤਾ ਕੀ ਕਿਹਾ? ਪਾਤਸ਼ਾਹ, ਇੱਕ ਤਾਂ ਤੁਸੀਂ ਲੜਕੇ ਵਾਲੇ, ਇੱਕ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਵੇਖੋ ਕਿੰਨੀ ਅਹਿਮ ਗੱਲ ਹੈ। ਇੱਕ ਤਾਂ ਤੁਸੀਂ ਲੜਕੇ ਵਾਲੇ, ਦੂਸਰੇ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ, ਤੇ ਤੁਹਾਡੇ ਸਾਹਮਣੇ ਸਾਡੀ ਔਕਾਤ ਕੀ ਹੈ? ਤੀਸਰਾ ਅਸੀਂ ਧੀ ਵਾਲੇ। ਸਾਡੀ ਔਕਾਤ ਕੀ ਹੈ? ਤੇ ਪਾਤਸ਼ਾਹ, ਸਾਡੇ ਕੋਲ ਇਸ ਬੱਚੀ ਤੋਂ ਬਿਨਾਂ ਕੁਛ ਨਹੀਂ, ਅਸੀਂ ਕੁਝ ਵੀ ਹੋਰ ਭੇਟਾ ਨਹੀਂ ਕਰ ਸਕਦੇ। ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਨਾ, ਜਦੋਂ ਪੈਰਾਂ 'ਤੇ ਹੱਥ ਲਾਉਣ ਲੱਗਾ ਗੁਰੂ ਪਾਤਸ਼ਾਹ ਦੇ, ਤੇ ਮੋਢਿਆਂ ਤੋਂ ਉਠਾ ਕੇ ਗਲ ਦੇ ਨਾਲ ਲਾ ਕੇ ਗੁਰਦੇਵ ਪਾਤਸ਼ਾਹ ਨੇ ਇੱਕ ਸ਼ਬਦ ਪਤਾ ਕੀ ਕਿਹਾ? ਰਿਦੇ ਅੰਗ ਤਨੂਜਾ ਦੀਨੀ ਪਾਸ਼ੇ ਵਸਤ ਤੈ ਕਿਆ ਰੱਖ ਲੀਨੀ। ਲਾਲ ਚੰਦ, ਆਪਣੇ ਪਰਿਵਾਰ ਦੀ ਸਭ ਤੋਂ ਕੀਮਤੀ ਚੀਜ਼, ਆਪਣੇ ਜਿਗਰ ਦਾ ਟੁਕੜਾ, ਤੇ ਤੂੰ ਸਾਡੀ ਝੋਲੀ 'ਚ ਪਾ ਦਿੱਤਾ। ਹੁਣ ਤੇਰੇ ਘਰ ਦੇ ਵਿੱਚ ਇਹ ਤੋਂ ਕੀਮਤੀ ਚੀਜ਼ ਹੈ ਵੀ ਕਿਹੜੀ? ਰਿਦੇ ਅੰਗ ਤਨੂਜਾ ਦੀਨੀ ਪਾਸ਼ੇ ਵਸਤ ਤੈਂ ਕਿਆ ਰੱਖ ਲੀਨੀ। ਸਭ ਤੋਂ ਕੀਮਤੀ ਚੀਜ਼ ਤੂੰ, ਆਪਣੇ ਜਿਗਰ ਦਾ ਟੁਕੜਾ, ਆਪਣੀ ਬੇਟੀ, ਉਹ ਤੇ ਤੂੰ ਸਾਡੀ ਝੋਲੀ 'ਚ ਪਾ ਦਿੱਤੀ ਹੈ। ਇਹਦੇ ਤੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਹੈ? ਤੇ ਮੈਂ ਸੋਚਦਾ ਕਿ ਜਦੋਂ ਅਸੀਂ ਤਿੰਨ ਭੱਬਿਆਂ ਦੀ ਗੱਲ ਕਰਦੇ ਹਾਂ ਤੇ ਭਾਣਾ ਮੰਨਣ ਦੇ ਸੰਕਲਪ ਦੇ ਵਿੱਚ ਜੇਕਰ ਅਸੀਂ ਮਾਤਾ ਗੁਜਰ ਕੌਰ ਜੀ ਦਾ ਜੀਵਨ ਵੇਖੀਏ, ਉਹ ਕਿਵੇਂ ਦਾ ਜੀਵਨ ਹੈ। ਵਿਆਹ ਨੂੰ ਅਜੇ 7-8 ਮਹੀਨੇ ਹੋਏ ਨੇ, ਪੈਂਦੇ ਖਾਨ ਤੇ ਕਾਲੇ ਖਾਨ ਨੇ ਕਰਤਾਰਪੁਰ ਸਾਹਿਬ ਤੇ ਹਮਲਾ ਕਰ ਦਿੱਤਾ, ਤੇ 14 ਸਾਲ ਦੀ ਆਜੂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮੈਦਾਨੇ ਜੰਗ 'ਚ ਜੂਝ ਰਹੇ ਨੇ। 14 ਸਾਲ ਦੀ ਆਜੂ 'ਚ ਇਹ ਜਿਹੜੀ ਜੰਗ ਸੀ ਕਰਤਾਰਪੁਰ ਸ਼ਹਿਰ ਦੇ ਵਿੱਚ ਹੋਈ, ਔਰ ਲੋਕਾਂ ਨੇ ਕੋਠਿਆਂ 'ਤੇ ਚੜ੍ਹ ਕੇ, ਕੰਧਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਲੋਕਾਂ ਨੇ ਇਸ ਜੰਗ ਨੂੰ ਵੇਖਿਆ। ਤੇ ਮਾਤਾ ਗੁਜਰ ਕੌਰ ਜੀ ਵੀ ਉਸ ਜੰਗ ਦੇ ਵਿੱਚ ਆਪਣੇ ਪਤੀ ਨੂੰ ਲੜਦਾ ਤੱਕ ਰਹੇ ਨੇ। ਇਹ ਸਾਰਾ ਦਿਨ ਜੰਗ ਹੁੰਦੀ ਰਹੀ। ਦੁਪਹਿਰ ਦੇ ਸਮੇਂ ਮਾਤਾ ਨਾਨਕੀ ਜੀ ਨੇ ਇੱਕ ਕਾਸਤ ਦੇ ਹੱਥ ਸੁਨੇਹਾ ਭੇਜਿਆ। ਸੁਨੇਹਾ ਪਤਾ ਕੀ ਸੀ? ਕਿ ਸ਼ਹਿਜ਼ਾਦਾ ਸਵੇਰ ਦਾ ਮੈਦਾਨੇ ਜੰਗ ਦੇ ਵਿੱਚ ਗਿਆ ਹੈ, 14 ਸਾਲ ਦੀ ਆਜੂ ਹੈ, ਇੰਨੀ ਜ਼ਿਆਦਾ ਭਿਆਨਕ ਜੰਗ ਹੋ ਰਹੀ ਹੈ, ਸਾਹਿਬਜ਼ਾਦੇ ਦੇ ਵਿਆਹ ਨੂੰ ਵੀ ਅਜੇ ਕੁਝ ਦਿਨ ਹੋਏ ਨੇ, ਵਾਪਸ ਆ ਜਾਣਾ ਚਾਹੀਦਾ। ਤੇ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਗੁਰਤਾ ਗੱਦੀ ਤੇ ਨਹੀਂ, ਪਰ ਜਿਹੜਾ ਕਾਸਤ ਦੇ ਹੱਥ ਸੁਨੇਹਾ ਭੇਜਿਆ ਸਾਡੇ ਪੁਰਾਤਨ ਸਰੋਤਾਂ 'ਚ ਮਿਲਦਾ ਹੈ, ਗੁਰੂ ਸਾਹਿਬ ਨੇ ਜਵਾਬ ਪਤਾ ਕੀ ਭੇਜਿਆ? ਨਹਿ ਹਤੇ ਤੈਨ ਨਹਿ ਹਤੇ ਜੰਗ ਰਣ ਛੋੜ ਆਤ ਇਹ ਸੂਰ ਧਰਮ ਨਾਹੀ। ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਨਿਰਮਲਤਾ ਦੀ ਮੂਰਤ, ਤਿਆਗ ਦੀ ਮੂਰਤ, ਨਿਰਮਾਣਤਾ ਦੀ ਮੂਰਤ, ਪਰ ਇਹ ਵੀ ਵੇਖਣਾ ਚਾਹੀਦਾ ਕਿ ਉਹਨਾਂ ਨੇ ਇਹ ਗੱਲ ਵੀ ਕਹੀ ਹੈ, ਭੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਗੁਰੂ ਤੇਗ ਬਹਾਦਰ ਸਾਹਿਬ ਨੇ 14 ਸਾਲ ਦੀ ਆਜੂ ਦੇ ਵਿੱਚ ਕਿਹਾ ਹੈ ਕਿ ਮੈਦਾਨੇ ਜੰਗ ਦੇ ਵਿੱਚੋਂ ਸੂਰਮਾ ਦੋ ਹਾਲਾਤਾਂ ਦੇ ਵਿੱਚ ਵਾਪਸ ਆਉਂਦਾ ਹੈ, ਤੇ ਜੰਗ ਨੂੰ ਛੱਡ ਕੇ ਆ ਜਾਣਾ ਇਹ ਸੂਰ ਧਰਮ ਨਾਹੀਂ। ਜਾਂ ਤੇ ਮੈਦਾਨੇ ਜੰਗ ਨੂੰ ਜਿੱਤ ਕੇ ਫਤਿਹਜ਼ਾਬ ਦੇ ਰੂਪ 'ਚ ਆਊਂਗਾ, ਤੇ ਜਾਂ ਮੈਦਾਨੇ ਜੰਗ 'ਚ ਸ਼ਹੀਦ ਹੋ ਕੇ ਲਾਸ਼ ਦੇ ਰੂਪ 'ਚ ਆਊਂਗਾ, ਮੈਦਾਨੇ ਜੰਗ ਨੂੰ ਛੱਡ ਕੇ ਨਹੀਂ ਆ ਸਕਦਾ। ਇਹ ਹਾਲਾਤ ਵੀ ਮਾਤਾ ਜੀ ਨੇ ਵੇਖੇ। ਤੇ ਫਿਰ ਉਹ ਹਾਲਾਤ ਕਿਵੇਂ ਦੇ ਹੋਣਗੇ ਜਦੋਂ ਮਾਤਾ ਗੁਜਰ ਕੌਰ ਜੀ ਆਪਣੇ 9 ਸਾਲ ਦੇ ਬੇਟੇ ਗੋਬਿੰਦ ਰਾਏ ਜੀ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਤੁਰੇ ਨੇ ਕੀਰਤਪੁਰ ਵੱਲ ਨੂੰ। ਕਾਹਦੇ ਵਾਸਤੇ? ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਦਿੱਲੀ ਤੋਂ ਸੀਸ ਆ ਰਿਹਾ। ਮੈਂ ਕਈ ਵਾਰੀ ਕਵੀ ਹਿਰਦੇ ਰਾਮ ਦਾ ਹਨੂਮਾਨ ਨਾਟਕ ਪੜ੍ਹਦਾ ਨਾ, ਤਾਂ ਮੈਂ ਬੜਾ ਹੈਰਾਨ ਹੋ ਜਾਂਦਾ। ਉਹਦੇ 'ਚ ਜ਼ਿਕਰ ਹੈ ਕਿ ਭਗਵਾਨ ਰਾਮ ਦੀ ਪਤਨੀ ਸੀਤਾ ਮਾਤਾ ਅਸ਼ੋਕ ਵਾਟਿਕਾ ਦੇ ਵਿੱਚ
ਹਨੂਮਾਨ ਜਿਹੜਾ ਉਹ ਇੱਕ ਮੁੰਦਰੀ ਲੈ ਕੇ ਗਿਆ, ਤੇ ਜਦੋਂ ਉਹ ਮੁੰਦਰੀ ਰਾਮ ਦੀ ਨਿਸ਼ਾਨੀ ਦੇ ਵਜੋਂ ਸੀਤਾ ਮਾਤਾ ਨੂੰ ਦਿੱਤੀ ਤੇ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਮੇਰੇ ਪਤੀ ਦੀ ਨਿਸ਼ਾਨੀ ਆਈ ਹੈ। ਤੇ ਉਸੇ ਗੱਲ ਦੇ ਸਾਹਮਣੇ ਇਸ ਗੱਲ ਨੂੰ ਰੱਖ ਕੇ ਵੇਖੋ ਮਾਤਾ ਜੀ ਕਿ ਇੱਥੇ ਕੋਈ ਨਿਸ਼ਾਨੀ ਨਹੀਂ ਆ ਰਹੀ, ਪਤੀ ਦਾ ਸੀਸ ਆ ਰਿਹਾ ਕੱਟਿਆ ਹੋਇਆ, ਅੱਖਾਂ ਦੇ ਵਿੱਚ ਹੰਝੂ ਨਹੀਂ, ਕੋਈ ਅੱਖਾਂ ਦੇ ਵਿੱਚ ਹੰਝੂ ਨਹੀਂ। ਕਿੰਨੀ ਵੱਡੀ ਜ਼ਿੰਮੇਵਾਰੀ ਹੈ, ਕਿੰਨਾ ਵੱਡਾ ਭਾਣਾ ਮੰਨਣ ਦਾ ਗੁਣ ਹੈ ਕਿ 9 ਸਾਲ ਦੇ ਬੱਚੇ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣੀ ਹੈ। ਬੇਸ਼ੱਕ ਪਤੀ ਦਾ ਸੀਸ ਆਇਆ ਹੈ, ਪਰ ਇਸ ਬੱਚੇ ਦੇ ਸਾਹਮਣੇ ਮੇਰੀ ਅੱਖ ਦੇ ਵਿੱਚੋਂ ਹੰਝੂ ਨਹੀਂ ਵਗਣੇ ਚਾਹੀਦੇ। ਉਤਸ਼ਾਹ ਦੇ ਨਾਲ, ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਆਪਣੇ ਪਤੀ ਦਾ ਸੀਸ ਝੋਲੀ 'ਚ ਸਵੀਕਾਰ ਕੀਤਾ। ਅਨੰਦਪੁਰ ਸਾਹਿਬ ਸੀਸ ਦਾ ਸੰਸਕਾਰ ਕੀਤਾ। ਤੇ ਅੱਜ ਮਾਫ ਕਰਨਾ ਗੱਲ ਚੱਲਦੀ ਹੈ ਸਰੋਤਾਂ ਦੀ, ਤੇ ਮੈਂ ਇੱਕ ਗੱਲ ਦਾਅਵੇ ਨਾਲ ਕਹਿਣਾ ਕਿ ਸਿੱਖ ਕੌਮ ਨੇ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਸ਼ਮਸ਼ੀਰਾਂ ਦੀਆਂ ਨੋਕਾਂ ਦੇ ਨਾਲ ਆਪਣੇ ਖੂਨ ਦੇ ਨਾਲ ਜਿੰਨਾ ਇਤਿਹਾਸ ਲਿਖਿਆ ਉਹਨਾਂ ਸਾਂਭਿਆ ਨਹੀਂ। ਇਤਿਹਾਸ ਦੇ ਵਿੱਚ ਇੰਨੀਆਂ ਮਿਲਾਵਟਾਂ ਤੇ ਇੰਨੇ ਮਲਗੋਬੇ ਕਰ ਦਿੱਤੇ ਗਏ ਨੇ। ਮਾਤਾ ਗੁਜਰ ਕੌਰ ਜੀ ਜਿਨ੍ਹਾਂ 14 ਸਾਲ ਦੀ ਆਜੂ ਦੇ ਵਿੱਚ ਆਪਣੇ ਪਤੀ ਨੂੰ ਮੈਦਾਨੇ ਜੰਗ ਦੇ ਵਿੱਚ ਜੂਝਦੇ ਵੇਖਿਆ, ਜਿਨ੍ਹਾਂ ਨੇ ਇੱਕ ਲੰਬਾ ਸਮਾਂ ਹੰਢਾਇਆ, ਬੜੀ ਵਡੇਰੀ ਉਮਰ 'ਚ ਜਾ ਕੇ ਪੁੱਤਰ ਦੀ ਦਾਤ ਮਿਲੀ, ਇੱਕ ਲੰਬਾ ਸਮਾਂ ਹੰਢਾਇਆ, ਪਤੀ ਦਾ ਸਾਥ ਨਹੀਂ ਛੱਡਿਆ, ਪਤੀ ਦਾ ਸੀਸ ਆਇਆ ਝੋਲੀ ਦੇ ਵਿੱਚ ਸਵੀਕਾਰ ਕੀਤਾ। ਤੇ ਉਹਨਾਂ ਦੇ ਬਾਰੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰੋਤ 80 ਅਧਿਆਏ 9 ਦੇ ਵਿੱਚ ਪਤਾ ਕੀ ਲਿਖਿਆ ਕਿ ਜਦੋਂ ਸਾਰੇ ਪਾਸੇ ਤੋਂ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਨਾ, ਤੇ ਉਸ ਘੇਰੇ ਦੇ ਵਿੱਚ ਜਦੋਂ ਸਿੱਖਾਂ ਦੇ ਹਾਲਾਤ ਇਹ ਹੋ ਗਏ, ਐਸਾ ਹਾਲ ਹਮਾਰਾ ਪਿਓ ਹਮਰੋ ਹਾਡ ਚਾਮ ਗਲ ਗਿਓ, ਕਿ ਭੁੱਖ ਦੇ ਨਾਲ ਇੰਨੇ ਸਿੱਖ ਆਤਰ ਹੋ ਗਏ। ਤੇ ਮਾਤਾ ਜੀ ਨੇ ਪਤਾ ਕੀ ਕੀਤਾ? ਕੋਪ ਭਈ ਮਨ ਮਾਤ ਵਡੇਰੀ, ਕੋਪ ਦਾ ਭਾਵ ਹੈ ਗੁੱਸਾ। ਮਾਤਾ ਜੀ ਨੇ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਦੇ ਉੱਪਰ ਗੁੱਸਾ ਕੀਤਾ, ਲਿਖਿਓ ਬੇਦਾਵਾ ਹੋ ਜਨਨ ਨਾ ਤੇਰੀ, ਤੇ ਮਾਤਾ ਜੀ ਨੇ ਵੀ ਆਪਣੇ ਪੁੱਤ ਨੂੰ ਬਦਾਵਾ ਦੇ ਦਿੱਤਾ। ਇਹ ਇਤਿਹਾਸ ਅੱਜ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ, ਇਹ ਇਤਿਹਾਸ ਲਿਖਿਆ ਜਾ ਰਿਹਾ। ਫਿਰ ਉਹੋ ਹੀ ਮਾਤਾ ਜੀ ਨੇ ਜਿਨ੍ਹਾਂ ਨੇ ਕਦੀ 14 ਸਾਲ ਦੀ ਆਜੂ ਦੇ ਵਿੱਚ ਜੰਗ ਨੂੰ ਵੇਖਿਆ, 9 ਸਾਲ ਦੇ ਪੁੱਤਰ ਦੀ ਆਜੂ ਸੀ, ਪਿਤਾ ਦੇ ਸੀਸ ਨੂੰ ਆਪਣੀ ਝੋਲੀ ਦੇ ਵਿੱਚ ਪਾਇਆ, ਆਪਣੇ ਪਤੀ ਦੇ ਸੀਸ ਨੂੰ, ਤੇ ਠੰਡੇ ਬੁਰਜ ਦੇ ਵਿੱਚੋਂ ਹੁਣ 7 ਤੇ 9 ਸਾਲ ਦੇ ਪੋਤਰਿਆਂ ਨੂੰ ਸ਼ਹੀਦ ਹੋਣ ਵਾਸਤੇ ਤੋਰ ਰਹੇ ਨੇ। ਤੇ ਕਹਿ ਕੀ ਰਹੇ ਨੇ? ਉਸ ਜੀਵਨ ਦੇ ਵਿੱਚੋਂ ਕੋਈ ਸਿੱਖਣ ਦਾ ਯਤਨ ਕਰੀਏ। ਉਹ ਕਹਿ ਕੀ ਰਹੇ ਨੇ? ਕਹਿੰਦੇ ਕਬੀ ਤੁਰਕ ਨਹਿ ਬਨੇ ਹੈ, ਕਬੀ ਧਰਮ ਨਹਿ ਤਜੇ ਹੈ, ਆਪਣੇ ਸੀਸ ਭੇਟ ਕਿਉਂ ਹੈ ਜੈਸੇ ਵੱਡਿਓਂ ਨੇ ਦੀਏ ਹੈ। ਮੇਰੇ ਬੱਚਿਓ, ਅਸੀਂ ਸਿੱਖ ਧਰਮ ਨਹੀਂ ਛੱਡਣਾ, ਅਸੀਂ ਦੀਨੇ ਇਸਲਾਮ ਕਬੂਲ ਨਹੀਂ ਕਰਨਾ। ਅਸੀਂ ਉਸੇ ਤਰ੍ਹਾਂ ਹੀ ਸ਼ਹਾਦਤਾਂ ਦੇਣੀਆਂ ਨੇ ਜਿਵੇਂ ਤੁਹਾਡੇ ਵਡੇਰਿਆਂ ਨੇ ਦਿੱਤੀਆਂ ਨੇ। ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਖੁਦ ਸ਼ਹਾਦਤ ਦੇ ਵਾਸਤੇ ਤੋਰਿਆ ਜਾ ਰਿਹਾ, ਜਿਸ ਦਾ ਜ਼ਿਕਰ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਕਰਦੇ ਨੇ। ਕਹਿੰਦੇ ਨੇ ਕਿ ਮਾਤਾ ਜੀ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਉਸ ਅੰਤਿਮ ਦਿਨ ਦੀ ਤਿਆਰੀ ਕਰਵਾ ਰਹੇ ਨੇ ਤੇ ਕਹਿ ਰਹੇ ਨੇ ਕਿ मरने से पहले तुमको दूल्हा बना तो लूँ, केसों को कंगी कर लूँ, जरा मूँह दिला तो दूँ। आप मैदाने जंग ਦੇ ਵਿੱਚ ਵੀ ਤੋਰਿਆ ਸੀ, ਆਪ ਹੁਣ ਸ਼ਹਾਦਤ ਦੇ ਵਾਸਤੇ ਵੀ ਤੋਰ ਰਹੇ ਨੇ। ਇਹ ਹੈ ਉਹਨਾਂ ਦੇ ਜੀਵਨ ਦੀਆਂ ਜ਼ਿੰਮੇਵਾਰੀਆਂ, ਜਿਹੜਾ ਸਹਿਜ ਜੋ ਕੁਝ ਸਾਡੇ ਵਿੱਚੋਂ ਅੱਜ ਖਤਮ ਹੁੰਦਾ ਜਾ ਰਿਹਾ ਹੈ। ਤੇ ਜੇਕਰ ਸੱਚਮੁੱਚ ਹੀ ਅਸੀਂ ਆਪਣੇ ਬੱਚਿਆਂ ਨੂੰ, ਭੈਣ ਜੀ ਹੁਣੇ ਅਖੀਰ ਤੇ ਕਿਹਾ ਸੀ ਨਾ, ਧਰਮ ਦੀ ਵਿਚਾਰਧਾਰਾ, ਜੇ ਅਸੀਂ ਆਪਣੇ ਬੱਚਿਆਂ ਨੂੰ ਧਰਮ ਦੀ ਵਿਚਾਰਧਾਰਾ ਨਾਲ ਜੋੜੀਏ, ਜੇ ਅਸੀਂ ਉਹਨਾਂ ਨੂੰ ਗ੍ਰਹਿਸਥ ਮਾਰਗ ਦਾ ਉੱਚਾਪਨ ਕੀ ਹੈ ਇਹ ਦਸੀਏ। ਗੁਰੂ ਹਰਗੋਬਿੰਦ ਸਾਹਿਬ ਜਿਸ ਵੇਲੇ ਗੁਜਰਾਤ, ਪਾਕਿਸਤਾਨ ਵਾਲਾ ਗੁਜਰਾਤ, ਉੱਥੋਂ ਲੰਘ ਰਹੇ ਨੇ ਤੇ ਫਕੀਰ ਸ਼ਾਹ ਦੌਲਾ ਨੇ ਇੱਕ ਸਵਾਲ ਕੀਤਾ ਸੀ। ਉਸਨੇ ਕਿਹਾ ਸੀ ਕਿ ਪਾਤਸ਼ਾਹ ਤੁਸੀਂ ਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ, ਪਰ ਵਿਆਹ ਵੀ ਕਰਵਾਇਆ, ਸਿੱਖ ਰੱਖੇ ਨੇ, ਸ਼ਸਤਰਧਾਰੀ ਹੋ, ਘੋੜੇ ਦੇ ਉੱਪਰ ਸਵਾਰ ਹੋ। ਤੇ ਗੁਰਦੇਵ ਪਾਤਸ਼ਾਹ ਨੇ ਜਵਾਬ ਬੜਾ ਪਿਆਰਾ ਦਿੱਤਾ ਸੀ। ਗੁਰੂ ਪਾਤਸ਼ਾਹ ਨੇ ਕਿਹਾ ਸੀ ਕਿ ਔਰਤ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ। ਇਹ ਸਿੱਖ ਧਰਮ ਦਾ ਸੰਕਲਪ ਹੈ ਕਿ ਸਿੱਖ ਕਮਾਈ ਕਰਦਾ ਹੈ, ਆਪਣੇ ਆਰਥਿਕ ਵਸੀਲੇ ਤਿਆਰ ਕਰਦਾ ਹੈ, ਪਰ ਗੁਜ਼ਾਰੇ ਵਾਸਤੇ ਉਹ ਮਾਇਆ ਜਮ੍ਹਾਂ ਕਰਨ ਦੇ ਵਾਸਤੇ ਨਹੀਂ ਕਰਦਾ। ਉਹ ਆਪਣੀ ਅੰਸ ਵੰਸ ਨੂੰ ਅੱਗੇ ਚਲਾਉਣ ਦੇ ਵਾਸਤੇ ਗ੍ਰਹਿਸਥ ਦੇ ਮਾਰਗ ਦੇ ਵਿੱਚ ਪ੍ਰਵੇਸ਼ ਕਰਦਾ ਹੈ।